जय गुरु जी। शुकराना गुरु जी ਦੀ ਆਗਿਆ ਨਾਲ ਅੱਜ ਅਸੀਂ ਸੰਪੂਰਨ ਸ਼ਿਵ ਮਹਾਪੁਰਾਣ ਪੰਜਾਬੀ ਵਿੱਚ ਪੜ੍ਹਦੇ ਹਾਂ। ਪਹਿਲਾ ਖੰਡ ਤੀਜਾ ਅਧਿਆਇ। शिव गणा ਦੀ ਗੱਲ ਸੁਣ ਕੇ ਨਾਰਦ ਜੀ ਉੱਥੋਂ ਉੱਠ ਕੇ ਇੱਕ ਪਾਣੀ ਨਾਲ ਭਰੇ ਤਲਾਬ ਦੇ ਕੋਲ ਜਾ ਪੁੱਜੇ। ਉੱਥੇ ਪਾਣੀ ਅੰਦਰ ਜਦ ਉਹਨਾਂ ਨੇ ਆਪਣੇ ਮੂੰਹ ਦਾ ਪਰਛਾਵਾਂ ਦੇਖਿਆ ਤਾਂ ਉਹ ਬਹੁਤ ਹੈਰਾਨ ਹੋਏ। ਆਪਣੇ ਇਸ ਭੱਦੇ ਰੂਪ ਨੂੰ ਦੇਖ ਕੇ ਉਹਨਾਂ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਗੁੱਸੇ ਵਿੱਚ ਉਹਨਾਂ ਨੇ ਦੋਵਾਂ ਸ਼ਿਵ ਗਣਾਂ ਨੂੰ ਇਹ ਸ਼ਰਾਪ ਦਿੱਤਾ, ਅਰੇ ਮੂਰਖੋ, ਤੁਸੀਂ ਸਾਡਾ ਬਹੁਤ ਮਜ਼ਾਕ ਉਡਾਇਆ ਹੈ, ਸੋ ਤੁਸੀਂ ਦੋਵੇਂ ਛਲੀ ਅਤੇ ਪਾਪੀ ਹੋ ਜਾਓ। ਤੁਸੀਂ ਆਪਣੇ ਕੀਤੇ ਦਾ ਫਲ ਪਾਓ ਕਿ ਜਿਸ ਨਾਲ ਫਿਰ ਅਜਿਹਾ ਨੀਚ ਕਰਮ ਕਰਨ ਦੀ ਤੁਹਾਡੀ ਹਿੰਮਤ ਨਾ ਪਵੇ। ਨਾਰਦ ਜੀ ਦੇ ਮੂੰਹੋਂ ਸ਼ਰਾਪ ਨੂੰ ਸੁਣ ਕੇ ਉਹ ਦੋਵੇਂ ਗਣ ਬਹੁਤ ਪਰੇਸ਼ਾਨ ਹੋਏ। ਉੱਥੋਂ ਪਰਤ ਕੇ ਆਪਣੇ ਲੋਕ ਵਿੱਚ ਜਾ ਪੁੱਜੇ ਅਤੇ ਸ਼ਿਵ ਜੀ ਦੀ ਭਗਤੀ ਕਰਨ ਲੱਗੇ। ਇੱਧਰ ਨਾਰਦ ਜੀ ਵੀ ਬਹੁਤ ਕੁਝ ਦੇਰ ਬਾਅਦ ਆਪਣੀ ਅਸਲ ਦਸ਼ਾ ਵਿੱਚ ਆ ਗਏ, ਪਰ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਲਗਾਤਾਰ ਚੱਕਰ ਕੱਟਦਾ ਰਿਹਾ ਕਿ ਵਿਸ਼ਨੂੰ ਦੁਆਰਾ ਧੋਖਾ ਦਿੱਤੇ ਜਾਣ ਦੇ ਕਾਰਨ ਹੀ ਮੇਰਾ ਇਹ ਅਪਮਾਨ ਹੋਇਆ ਹੈ। ਸੋ ਜਾਂ ਤਾਂ ਮੈਂ ਵਿਸ਼ਨੂੰ ਨੂੰ ਸ਼ਰਾਪ ਦੇਵਾਂਗਾ ਜਾਂ ਆਪਣੀ ਜਾਨ ਦੇ ਦੇਵਾਂਗਾ। ਹੇ ਰਿਸ਼ੀਓ, ਇਹ ਨਿਸ਼ਚਾ ਕਰਕੇ ਨਾਰਦ ਜੀ ਭਗਵਾਨ ਵਿਸ਼ਨੂੰ ਦੇ ਵੈਕੁੰਠ ਧਾਮ ਵੱਲ ਤੁਰ ਪਏ। ਉਸ ਸਮੇਂ ਨਾਰਦ ਜੀ ਦੀ ਇੱਛਾ ਜਾਣ ਕੇ ਵਿਸ਼ਨੂੰ ਭਗਵਾਨ ਉਹਨਾਂ ਨੂੰ ਰਾਹ ਵਿੱਚ ਮਿਲ ਗਏ। ਵਿਸ਼ਨੂੰ ਭਗਵਾਨ ਦੇ ਇਸ ਦੇ ਨਾਲ ਉਹ ਕੰਨਿਆ ਵੀ ਸੀ ਜਿਸ ਨੂੰ ਉਹਨਾਂ ਨੇ ਸਵੰਬਰ ਵਿੱਚ ਪ੍ਰਾਪਤ ਕੀਤਾ ਸੀ। ਸੋ ਵਿਸ਼ਨੂੰ ਭਗਵਾਨ ਨੇ ਨਾਰਦ ਨੂੰ ਪ੍ਰਣਾਮ ਕਰਕੇ ਹਾਸੇ ਭਰੇ ਸ਼ਬਦਾਂ ਵਿੱਚ ਕਿਹਾ, ਹੇ ਨਾਰਦ ਜੀ, ਤੁਸੀਂ ਇਸ ਤਰ੍ਹਾਂ ਪਰੇਸ਼ਾਨ ਹੋ ਕੇ ਕਿੱਥੇ ਜਾ ਰਹੇ ਹੋ? ਵਿਸ਼ਨੂੰ ਦੇ ਅਜਿਹੇ ਵਚਨ ਸੁਣ ਕੇ ਨਾਰਦ ਜੀ ਬਹੁਤ ਗੁੱਸੇ ਹੋਏ। ਉਸੇ ਗੁੱਸੇ ਵਿੱਚ ਨਾਰਦ ਜੀ ਦੇ ਮੂੰਹੋਂ ਇਹ ਸ਼ਬਦ ਨਿਕਲੇ, ਹੇ ਵਿਸ਼ਨੂੰ, ਤੁਸੀਂ ਇਸੇ ਵੇਲੇ ਸਾਨੂੰ ਚੰਗੇ ਮਿਲੇ ਹੋ। ਤੁਸੀਂ ਬਹੁਤ ਧੋਖੇਬਾਜ਼ ਹੋ। ਤੁਹਾਡਾ ਉਹ ਧੋਖਾ ਜੋ ਤੁਸੀਂ ਦਿੱਤੀ ਦੇ ਮੁੰਡਿਆਂ ਦੇ ਨਾਲ ਮੋਹਣੀ ਰੂਪ ਧਾਰਨ ਕਰਕੇ ਅੰਮ੍ਰਿਤ ਨੂੰ ਵੰਡਣ ਵਿੱਚ ਕੀਤਾ ਸੀ, ਮਸ਼ਹੂਰ ਹੈ ਹੀ। ਤੁਸੀਂ ਹੀ ਧੋਖੇ ਨਾਲ ਜਲੰਧਰ ਦੀ ਇਸਤਰੀ ਨੂੰ ਉਸ ਦਾ ਪਤੀਵਰਤਾ ਧਰਮ ਛੁਡਾਇਆ। ਸਦਾ ਸ਼ਿਵ ਨੇ ਵੀ ਵਰਦਾਨ ਦੇ ਕੇ ਪੂਰੀ ਕਾਇਨਾਤ ਦਾ ਸਵਾਮੀ ਬਣ ਕੇ ਠੀਕ ਨਹੀਂ ਕੀਤਾ ਹੈ। ਹੁਣ ਸਦਾ ਸ਼ਿਵ ਵੀ ਤੁਹਾਨੂੰ ਅਜਿਹੀ ਸਵਾਧੀਨ ਅਤੇ ਪੂਰਨ ਕਾਇਨਾਤ ਦਾ ਸਵਾਮੀ ਬਣਾ ਕੇ ਆਪਣੇ ਮਨ ਵਿੱਚ ਪਰੇਸ਼ਾਨ ਹਨ। ਹੁਣ ਅਸੀਂ ਸਦਾ ਸ਼ਿਵ ਦੀ ਆਗਿਆ ਦੇ ਅਨੁਸਾਰ ਹੀ ਤੈਨੂੰ ਤੇਰੇ ਕਰਮਾਂ ਦਾ ਫਲ ਦਿੰਦੇ ਹਾਂ, ਜਿਸ ਨਾਲ ਕਿ ਤੂੰ ਭਵਿੱਖ ਵਿੱਚ ਫਿਰ ਅਜਿਹਾ ਕੋਈ ਕੰਮ ਨਾ ਕਰੇ। ਜੇ ਤੈਨੂੰ ਸਦਾ ਸ਼ਿਵ ਨੇ ਵਰਦਾਨ ਦਿੱਤਾ ਹੈ ਤਾਂ ਵੀ ਅਸੀਂ ਤੁਹਾਨੂੰ ਸਿਰਫ ਸਿੱਖਿਆ ਦੇਣ ਲਈ ਹੀ ਸ਼ਰਾਪ ਦਿੰਦੇ ਹਾਂ। ਨਾਰਦ ਜੀ ਨੇ ਇੰਨਾ ਕਹਿ ਕੇ ਵਿਸ਼ਨੂੰ ਨੂੰ ਇਹ ਸ਼ਰਾਪ ਦਿੱਤਾ, ਹੈ ਵਿਸ਼ਨੂੰ, ਤੂੰ ਜਿਨ੍ਹਾਂ ਦੀ ਤਰ੍ਹਾਂ ਸਾਡਾ ਮੂੰਹ ਕਰ ਦਿੱਤਾ ਸੀ, ਉਹ ਵਾਨਰ ਤੇਰੀ ਮਦਦ ਕਰਨਗੇ। ਜਿਸ ਇਸਤਰੀ ਦੇ ਲਈ ਤੂੰ ਸਾਡੀ ਬੇਇੱਜ਼ਤੀ ਕੀਤੀ, ਤੂੰ ਵੀ ਉਸੇ ਇਸਤਰੀ ਦੇ ਵਿਛੋੜੇ ਵਿੱਚ ਬਹੁਤ ਦੁਖੀ ਹੋ ਕੇ ਜੰਗਲਾਂ ਵਿੱਚ ਘੁੰਮਦਾ ਰਹੇਗਾ। ਵਿਸ਼ਨੂੰ ਜੀ ਨੇ ਇਹ ਸੁਣ ਕੇ ਨਾਰਦ ਜੀ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ, ਪਰ ਨਾਰਦ ਜੀ ਨੇ ਉਹਨਾਂ ਨੂੰ ਮਾਫ ਨਾ ਕੀਤਾ। ਭਗਵਾਨ ਸਦਾ ਸ਼ਿਵ ਨੇ ਇਹ ਦੇਖ ਕੇ ਨਾਰਦ ਜੀ ਦੇ ਮਨ ਵਿੱਚੋਂ ਮਾਇਆ ਹਟਾ ਲਈ। ਉਸੇ ਵੇਲੇ ਨਾ ਤਾਂ ਨਾਰਦ ਜੀ ਦੀ ਉਹ ਹਾਲਤ ਰਹੀ ਅਤੇ ਨਾ ਹੀ ਉੱਥੇ ਕੋਈ ਇਸਤਰੀ ਨਜ਼ਰ ਆਈ। ਤਦ ਨਾਰਦ ਜੀ ਨੇ ਹੈਰਾਨ ਹੋ ਕੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਨਹੀਂ ਜਾ ਸਕਦਾ ਕਿ ਇਹ ਸਭ ਸੱਚਾਈ ਹੈ ਜਾਂ ਮੈਂ ਕੋਈ ਸੁਪਨਾ ਦੇਖਿਆ ਹੈ। ਫਿਰ ਤੁਹਾਡੀ ਮਾਇਆ ਅਪਰੰਪਾਰ ਹੈ, ਜਿਸ ਨਾਲ ਸਾਡੇ ਵਰਗੇ ਬੁੱਧੀਮਾਨ ਵੀ ਵਿਚਲਿਤ ਹੋ ਜਾਂਦੇ ਹਨ। ਕਹਿੰਦੇ ਹੋਏ ਨਾਰਦ ਜੀ ਵਿਸ਼ਨੂੰ ਜੀ ਦੇ ਚਰਨਾਂ ਤੇ ਡਿੱਗਦੇ ਹੋਏ ਕਹਿਣ ਲੱਗੇ, ਹੇ ਨਾਰਾਇਣ, ਤੁਸੀਂ ਮੇਰੇ ਸ਼ਰਾਪ ਦਾ ਖੰਡਨ ਕਰ ਦਿਓ ਅਤੇ ਜੋ ਸਖਤ ਸ਼ਬਦ ਮੈਂ ਕਹੇ ਹਨ ਉਹ ਮਹਾਪਾਪ ਲਈ ਮੈਨੂੰ ਮਾਫ ਕਰ ਦਿਓ। ਇਹ ਸੁਣ ਕੇ ਵਿਸ਼ਨੂੰ ਜੀ ਨੇ ਕਿਹਾ, ਇਹ ਨਾਰਦ, ਤੁਸੀਂ ਸਦਾ ਸ਼ਿਵ ਦੇ ਵਚਨਾਂ ਦਾ ਜੋ ਆਦਰ ਕੀਤਾ ਹੈ ਉਹ ਸਭ ਉਸੇ ਪਾਠ ਦਾ ਫਲ ਮਿਲਿਆ ਹੈ। ਹੁਣ ਵੀ
ਠੀਕ ਹੈ ਕਿ ਤੁਸੀਂ ਸਦਾ ਸ਼ਿਵ ਨੂੰ ਮਹਾਨ ਸਮਝੋ। ਉਹੀ ਤਿੰਨ ਸਰੂਪ ਧਾਰਨ ਕਰਕੇ ਤਿੰਨਾਂ ਕੰਮਾਂ ਦੁਆਰਾ ਸਾਰੀ ਕਾਇਨਾਤ ਦਾ ਸੰਚਾਲਨ ਕਰਦੇ ਹਨ। ਉਹ ਆਪ ਹੀ ਸੁਆਮੀ ਹਨ। ਮੈਂ ਕੇਵਲ ਸਦਾ ਸ਼ਿਵ ਦੇ ਤਪ ਦੇ ਕਾਰਨ ਹੀ ਸਭ ਤੋਂ ਵੱਡਾ ਗਿਣਿਆ ਜਾਂਦਾ ਹਾਂ। ਇਹ ਨਾਰਦ, ਤੁਸੀਂ ਉਸੇ ਸਦਾ ਸ਼ਿਵ ਦੀ ਤਪੱਸਿਆ ਕਰੋ, ਕਿਉਂਕਿ ਉਹਨਾਂ ਦੀ ਆਰਾਧਨਾ ਅਤੇ ਤਪੱਸਿਆ ਬਿਨਾਂ ਕੋਈ ਵੀ ਪਰਮ ਪਦ ਪ੍ਰਾਪਤ ਨਹੀਂ ਕਰ ਸਕਦਾ। ਹੁਣ ਤੁਹਾਡੇ ਲਈ ਉਚਿਤ ਹੈ ਕਿ ਸਭ ਕੁਝ ਤਿਆਗ ਕੇ ਸਦਾ ਸ਼ਿਵ ਦਾ ਭਜਨ ਕਰੋ ਅਤੇ ਉਹਨਾਂ ਦੇ ਸ਼ੁਭ ਨਾਮਾਂ ਦਾ ਜਾਪ ਕਰੋ। ਉਹੀ ਮੇਰੀ ਸ਼ਕਤੀ ਹਨ। ਤੁਸੀਂ ਦਿਲ ਵਿੱਚ ਸ਼ਿਵ ਜੀ ਦੇ ਚਰਨਾਂ ਦਾ ਧਿਆਨ ਰੱਖ ਕੇ ਦੇਸ਼ਾਟਨ ਕਰੋ, ਜਿਸ ਨਾਲ ਤੁਹਾਨੂੰ ਕੋਈ ਦੁੱਖ ਨਹੀਂ ਹੋਏਗਾ। ਤੁਹਾਡੇ ਲਈ ਇਹ ਵੀ ਠੀਕ ਹੈ ਕਿ ਪੂਰੀ ਧਰਤੀ ਤੇ ਭਗਵਾਨ ਸਦਾ ਸ਼ਿਵ ਦੀ ਮਹਿਮਾ ਦੇਖਦੇ ਹੋਏ ਕਾਂਚੀ ਜੀ ਨੂੰ ਸਿਧਾਰੋ। ਉਸ ਨੂੰ ਰੁਦਕੇਸ਼ਤਰ, ਵਾਰਾਣਸੀ, ਮੁਕਤੀ ਕਸ਼ੇਤਰ ਅਤੇ ਮਹਾ ਸ਼ਮਸ਼ਾਨ ਭੂਮੀ ਵੀ ਕਹਿੰਦੇ ਹਨ। ਇਹਨਾਂ ਕਹਿ ਕੇ ਵਿਸ਼ਨੂੰ ਜੀ ਅਲੋਪ ਹੋ ਗਏ ਅਤੇ ਨਾਰਦ ਜੀ ਸਦਾ ਸ਼ਿਵ ਕੋਲ ਚਲੇ ਗਏ। ਰਾਸਤੇ ਵਿੱਚ ਉਹ ਦੋਵੇਂ ਗਣ ਮਿਲੇ ਅਤੇ ਉਹ ਵੀ ਨਾਰਦ ਜੀ ਦੇ ਪੈਰਾਂ ਤੇ ਡਿੱਗ ਕੇ ਮਾਫੀ ਮੰਗਦੇ ਹੋਏ ਕਹਿਣ ਲੱਗੇ, ਹੇ ਰਿਸ਼ੀ ਰਾਜ, ਅਸੀਂ ਬ੍ਰਾਹਮਣ ਨਹੀਂ ਪਰ ਸਦਾ ਸ਼ਿਵ ਦੇ ਗਣ ਹਾਂ। ਅਸੀਂ ਤੁਹਾਡਾ ਬਹੁਤ ਅਪਮਾਨ ਕੀਤਾ ਹੈ, ਇਸ ਲਈ ਸਾਨੂੰ ਆਪਣਾ ਦਾਸ ਸਮਝ ਕੇ ਕਿਰਪਾ ਕਰੋ, ਕਿਉਂਕਿ ਅਸੀਂ ਆਪਣੇ ਕਰਮਾਂ ਦਾ ਫਲ ਪ੍ਰਾਪਤ ਕਰ ਚੁੱਕੇ ਹਾਂ। ਨਾਰਦ ਜੀ ਨੂੰ ਇਹ ਸੁਣ ਕੇ ਦੁੱਖ ਹੋਇਆ ਅਤੇ ਕਹਿਣ ਲੱਗੇ, ਮੇਰੀ ਤਾਂ ਅਕਲ ਮਾਰੀ ਗਈ ਸੀ। ਸਦਾ ਸ਼ਿਵ ਦੀ ਮਾਇਆ ਅਪਰੰਪਾਰ ਹੈ। ਮੈਂ ਜੋ ਕੁਝ ਕਿਹਾ ਹੈ, ਹੇ ਸ਼ਿਵਗਣੋ, ਉਹ ਹੋ ਕੇ ਹੀ ਰਹੇਗਾ। ਪਰ ਮੈਂ ਤੁਹਾਨੂੰ ਇਹ ਆਸ਼ੀਰਵਾਦ ਦਿੰਦਾ ਹਾਂ ਕਿ ਤੁਸੀਂ ਦੋਵੇਂ ਭਰਾ ਮੁਨੀ ਦੇ ਵੀਰਿਆ ਅਤੇ ਰਾਖਸ਼ੀ ਦੇ ਗਰਭ ਤੋਂ ਪੈਦਾ ਹੋਵੋਗੇ ਅਤੇ ਬਹੁਤ ਪ੍ਰਤਾਪੀ ਹੋਵੋਗੇ। ਪੂਰੀ ਕਾਇਨਾਤ ਤੇ ਜਿੱਤ ਪ੍ਰਾਪਤ ਕਰੋਗੇ ਅਤੇ ਵੱਖ-ਵੱਖ ਤਰ੍ਹਾਂ ਦੇ ਭੋਗ ਕੇ ਸਦਾ ਸ਼ਿਵ ਦੀ ਭਗਤੀ ਤੋਂ ਅਚੇਤ ਨਾ ਹੋਵੋਗੇ। ਅੰਤ ਵਿੱਚ ਵਾਨਰ ਅਤੇ ਮਨੁੱਖ ਦੁਆਰਾ ਤੁਸੀਂ ਮੁਕਤੀ ਪ੍ਰਾਪਤ ਕਰੋਗੇ। ਐਨਾ ਕਹਿ ਕੇ ਨਾਰਦ ਜੀ ਪਹਿਲੇ ਸਦਾ ਸ਼ਿਵ ਦੇ ਕੋਲ ਅਤੇ ਫਿਰ ਬ੍ਰਹਮਾ ਦੇ ਕੋਲ ਗਏ ਅਤੇ ਉੱਥੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੇ ਹੋਏ ਕਹਿਣ ਲੱਗੇ, ਹੇ ਪਿਤਾ, ਤੁਸੀਂ ਵਿਸ਼ਨੂੰ ਜੀ ਦੀ ਜੋ ਕਥਾ ਮੈਨੂੰ ਕਹੀ ਸੀ, ਜਿਸ ਵਿੱਚ ਭਗਤੀ, ਵੈਰਾਗ, ਤਪ, ਦਾਨ ਦੀ ਰੀਤੀ ਅਤੇ ਤੀਰਥ ਆਦਿ ਦਾ ਵਰਣਨ ਹੈ, ਉਹ ਤਾਂ ਮੈਂ ਸੁਣੀ, ਪਰ ਮੈਂ ਸਦਾ ਸ਼ਿਵ ਜੀ ਦੀ ਭਗਤੀ ਤੋਂ ਅਜੇ ਅਣਜਾਣ ਹਾਂ। ਇਸ ਲਈ ਕਿਰਪਾ ਕਰਕੇ ਮੈਨੂੰ ਕਰਮ ਨਾਲ ਦੱਸੋ ਕਿ ਸਦਾ ਸ਼ਿਵ ਆਦਿ ਮੱਧ ਅਤੇ ਅੰਤ ਵਿੱਚ ਕਿਉਂ ਰਹਿੰਦੇ ਹਨ ਅਤੇ ਕਿਵੇਂ ਖੁਸ਼ ਹੁੰਦੇ ਹਨ। ਉਹ ਨਿਰਗੁਣ ਹੋ ਕੇ ਵੀ ਸਗੁਣ ਕਿਵੇਂ ਹੋ ਜਾਂਦੇ ਹਨ। ਤੁਸੀਂ ਆਪਣੀ ਅਤੇ ਵਿਸ਼ਨੂੰ ਜੀ ਦੀ ਉਤਪਤੀ ਦੇ ਉੱਤੇ ਵੀ ਚਾਨਣਾ ਪਾਓ। ਸ਼ਿਵ ਅਤੇ ਪਾਰਵਤੀ ਦੇ ਜਿੰਨੇ ਵੀ ਚਰਿੱਤਰ ਹੋਣ, ਕਿਰਪਾ ਕਰਕੇ ਉਹਨਾਂ ਤੇ ਵੀ ਚਾਨਣਾ ਪਾਓ, ਜਿਸ ਨਾਲ ਮੈਨੂੰ ਤੇ ਤੁਹਾਨੂੰ ਵੀ ਖੁਸ਼ੀ ਪ੍ਰਾਪਤ ਹੋਵੇ। ਜੈ ਗੁਰੂ ਜੀ। ਇਸ ਨਾਲ ਤੀਜਾ ਅਧਿਆਇ ਖਤਮ। ਭੁੱਲ ਚੁੱਕ ਮਾਫ ਸੰਗਤ ਜੀ।